morning students. Suggestion here for the poem Father Returning Home. It's written by Dilip Chitre. Keep in mind the name of the poem and the name of the poet. This is important. Write down the spellings of the heading. Let us start now the poem. Introduction to the poem. Man's estrangement from the man-made world is the theme of this poem. इस कविता का सार ये है कि आदमी के बनाए हुए संसार तो आदमी का उदासीन हो जाना, उसका अमित्रतापूर्ण हो जाना. In this world full of hurry and worry, nobody has the time to take interest in others. इत्थे तेजी ਅਤੇ चिंता नाल भरे हुए जीवन विच किसी कोले समा नहीं है कि दूसरे दे विच दिलचस्पी लै सके. स्पैशली द ओल्ड सीनियर सिटीजन इन सोसाइटी, खास करके ਜਿਹੜੇ ਬਜ਼ੁਰਗ ਹੈ ਅਤੇ ਸੀਨੀਅਰ ਸਿਟੀਜ਼ਨ ਹੈ ਸਮਾਜ ਦੇ ਵਿੱਚ. ਦਿਸ ਪੋਇਮ ਹੈਜ਼ ਬੀਨ ਟੇਕਨ ਫਰੋਮ ਦਲੀਪ ਚਿਤਰੇਜ਼ ਕਲੈਕਸ਼ਨ ਆਫ ਪੋਇਮਸ ਟਰੈਵਲਿੰਗ ਇਨ ਅ ਕੇਜ. ਇਹ ਪੋਇਮ ਦਲੀਪ ਚਿਤਰੇ ਦੀ ਕਲੈਕਸ਼ਨ ਟਰੈਵਲਿੰਗ ਇਨ ਅ ਕੇਜ ਵਿੱਚੋਂ ਲਈ ਗਈ ਹੈ. It gives us the picture of a sad old man who travels to work by a local train every day in Mumbai. ਇਹ ਸਾਨੂੰ ਇੱਕ ਉਦਾਸ ਬਜ਼ੁਰਗ ਆਦਮੀ ਦੀ ਕਹਾਣੀ ਦੱਸਦਾ ਹੈ ਜਿਹੜਾ ਮੁੰਬਈ ਦੇ ਵਿੱਚ ਇੱਕ ਲੋਕਲ ਟ੍ਰੇਨ ਦੇ ਰਾਹੀਂ ਕੰਮ 'ਤੇ ਜਾਂਦਾ ਹੈ. ਹੀ ਡਜ਼ਨਟ ਫੀਲ ਕੰਫਰਟੇਬਲੀ ਔਰ ਐਟ ਹੋਮ ਇਨ ਹਿਸ ਇਨਵਾਇਰਮੈਂਟ. ਉਹ ਆਪਣੇ ਵਾਤਾਵਰਨ ਦੇ ਵਿੱਚ ਕੰਫਰਟੇਬਲ ਫੀਲ ਨਹੀਂ ਕਰਦਾ, ਆਰਾਮ ਮਹਿਸੂਸ ਨਹੀਂ ਕਰਦਾ ਜਾਂ ਉਸਨੂੰ ਘਰ ਵਾਂਗੂ ਨਹੀਂ ਲੱਗਦਾ. ਇਜ਼ ਲੋਨਲੀ ਈਵਨ ਇਨ ਅ ਕਰਾਊਡ. ਉਹ ਭੀੜ ਦੇ ਵਿੱਚ ਵੀ ਇਕੱਲਾ ਹੈ. ਹਿਸ ਆਈਸੋਲੇਸ਼ਨ is seen in his inability to have dialogue with his family or friends. ਉਸ ਦਾ ਇਕੱਲਾਪਨ ਪਤਾ ਲੱਗਦਾ ਹੈ ਕਿ ਉਸ ਦੀ ਅਯੋਗਤਾ ਦੇ ਵਿੱਚ ਕਿ ਉਹ ਆਪਣੇ ਪਰਿਵਾਰ ਜਾਂ ਆਪਣੇ ਦੋਸਤਾਂ ਦੇ ਨਾਲ ਗੱਲ ਨਹੀਂ ਕਰ ਸਕਦਾ. ਹੀ ਫੀਲਸ ਅਨਈਜ਼ੀ ਇਨ ਹਿਸ ਪ੍ਰੈਜ਼ੈਂਟ. ਉਹ ਵਰਤਮਾਨ ਦੇ ਵਿੱਚ ਬੇਆਰਾਮੀ ਮਹਿਸੂਸ ਕਰਦਾ ਹੈ. ਸੋ ਦ ਓਲਡ ਮੈਨ ਐਂਟਰਸ ਇਨਟੂ ਦ ਡਿਸਟੈਂਟ ਵਰਲਡ ਆਫ ਦ ਪਾਸਟ ਔਰ ਇਨਟੂ ਦ ਵਰਲਡ ਆਫ ਹਿਸ ਓਨ ਡ੍ਰੀਮਸ. ਇਸ ਤਰ੍ਹਾਂ ਬਜ਼ੁਰਗ ਆਦਮੀ ਜਾਂ ਤਾਂ ਬੀਤੇ ਸੰਸਾਰ ਦੇ ਵਿੱਚ ਜਾਂ ਫਿਰ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਪਹੁੰਚ ਜਾਂਦਾ ਹੈ. ਦਿਸ ਪੋਇਮ ਡੀਲਸ ਵਿਦ ਦ ਥੀਮ ਆਫ ਮਾਡਰਨ ਮੈਨਸ ਐਲੀਨੇਸ਼ਨ ਇਨ ਅ ਕੰਪਲੈਕਸ ਅਰਬਨ ਵਰਲਡ. ਇਹ ਕਵਿਤਾ ਦਾ ਸਾਰ ਆਧੁਨਿਕ ਆਦਮੀ ਦੀ ਉਦਾਸੀਨਤਾ ਪ੍ਰਤੀ ਗੁੰਝਲਦਾਰ ਸ਼ਹਿਰੀ ਸੰਸਾਰ ਹੈ, ਉਸ ਤੋਂ ਆਦਮੀ ਨਿਰਾਸ਼ ਹੋ ਜਾਂਦਾ. Students, these lines may be helpful in writing the central idea of the poem also. And now the explanation of the poem. This poem the poet presents the unnatural behavior in modern life. My father travels on the late evening train, standing among silent commuters in the yellow light. ਮੇਰੇ ਪਿਤਾ ਜੀ ਰਾਤ ਦੀ ਟ੍ਰੇਨ 'ਤੇ ਯਾਤਰਾ ਕਰਦੇ ਹਨ ਅਤੇ ਉਹ ਯਾਤਰੀਆਂ ਦੇ ਵਿੱਚ ਚੁੱਪਚਾਪ ਖੜ੍ਹੇ. Suburb slide past his unseen eyes. Suburb slide meaning the wayside places are seen lost before his dim eyes. ਉਸ ਦੀਆਂ ਮੱਧਮ ਅੱਖਾਂ ਦੇ ਸਾਹਮਣੇ ਵਾਲੇ ਰਸਤੇ ਹੌਲੀ ਹੌਲੀ ਉਸ ਤੋਂ ਅਲੋਪ ਹੁੰਦੇ ਜਾਂਦੇ ਆ. His shirt and pants are soggy and his black raincoat. ਉਸ ਦੀ ਸ਼ਰਟ ਅਤੇ ਪੈਂਟ ਗਿੱਲੇ ਹੈ ਅਤੇ ਉਸ ਦਾ ਬਲੈਕ ਰੇਨਕੋਟ stained with mud and his bag stuffed with books. ਉਹ ਚਿੱਕੜ ਨਾਲ ਭਰਿਆ ਹੋਇਆ, ਸਟੇਨ ਮੀਨਿੰਗ ਭਰੇ ਹੋਏ ਹੋਣਾ, ਅਤੇ ਉਸ ਦਾ ਬੈਗ ਦੇ ਵਿੱਚ ਕਿਤਾਬਾਂ ਢੀਆਂ ਹੋਈਆਂ ਹਨ. ਇਜ਼ ਫਾਲਿੰਗ ਅਪਾਰਟ. ਜਲਦੀ ਹੀ ਉਸ ਦਾ ਬੈਗ ਲੱਗ ਰਿਹਾ ਕਿ ਜਲਦੀ ਫਟ ਜਾਏਗਾ. ਇਜ਼ ਆਈਜ਼ ਜਿਮ ਬਾਈ ਏਜ ਫੀਟ ਹੋਮਵਾਰਡ ਥਰੂ ਦਾ ਹਿਊਮਿਡ ਮੌਨਸੂਨ ਨਾਈਟ. ਉਹ ਨਮੀ ਵਾਲੀ ਮੌਨਸੂਨ ਨਾਈਟ ਦੇ ਵਿੱਚ ਅਣਮੰਨੇ ਮਨ ਦੇ ਨਾਲ ਘਰ ਵੱਲ ਵੱਧਦਾ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਦੀ ਨਜ਼ਰ ਹੈ ਉਹ ਘੱਟ ਹੋ ਚੁੱਕੀ ਹੈ, ਮੱਧਮ ਹੋ ਚੁੱਕੀ ਹੈ. ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ. ਗੈਟ ਆਫ ਮੀਨਿੰਗ ਉਤਰਨਾ. ਮੈਂ ਹੁਣ ਉਸਨੂੰ ਟ੍ਰੇਨ ਤੋਂ ਉਤਰਦੇ ਹੋਏ ਦੇਖਦਾ ਹਾਂ. ਲਾਈਕ ਅ ਵਰਡ ਡ੍ਰੌਪ ਫਰੋਮ ਲੌਂਗ ਸੈਂਟੈਂਸ. ਕਿਸ ਤਰ੍ਹਾਂ ਹੈ ਜਿਵੇਂ ਕਿ ਕੋਈ ਸ਼ਬਦ ਕਿਸੇ ਲੰਬੇ ਵਾਕ ਦੇ ਵਿੱਚੋਂ ਅਲੱਗ ਹੋ ਗਿਆ ਹੋਵੇ. ਦੇ ਵਿੱਚੋਂ ਉਤਰਨ ਨੂੰ ਉਸਨੇ ਕਵੀ ਨੇ ਲਾਈਕ ਅ ਵਰਡ ਡ੍ਰੌਪ ਫਰੋਮ ਟ੍ਰੇਨ ਇਹਦੇ ਨਾਲ ਕੰਪੇਅਰ ਕੀਤਾ. ਹੀ ਹਰੀਜ਼ ਅਕਰੋਸ ਦਾ ਲੈਂਥ ਆਫ ਦਾ ਗ੍ਰੇ ਪਲੈਟਫਾਰਮ. ਉਹ ਤੇਜ਼ੀ ਨਾਲ ਗ੍ਰੇ ਪਲੈਟਫਾਰਮ ਜਿਹੜਾ ਕਿ ਅੰਧੇਰਾ ਪਲੈਟਫਾਰਮ ਹੈ ਉਸ ਦੇ ਨਾਲ ਉਹਦੀ ਲੈਂਥ ਦੇ ਨਾਲ ਆਉਂਦਾ. ਐਂਡ ਕਰੋਸਿਸ ਦਾ ਰੇਲਵੇ ਲਾਈਨ ਕਰੋਸ ਕਰਦਾ. ਐਂਟਰਸ ਦਾ ਲੇਨ. ਹਿਸ ਚੱਪਲਸ ਆਰ ਸਟਿਕੀ ਵਿਦ ਮਡ ਬਟ ਹੀ ਹਰੀਜ਼ ਆਨਵਰਡ. ਐਂਟਰਸ ਦਾ ਲੇਨ ਰੇਲ ਦੀ ਲਾਈਨ ਦੇ ਵਿੱਚ ਦਾਖਲ ਹੋ ਜਾਂਦਾ. ਉਹਦੀਆਂ ਚੱਪਲਾਂ ਚਿੱਕੜ ਨਾਲ ਭਰ ਚੁੱਕੀਆਂ ਅਤੇ ਫਿਰ ਵੀ ਉਹ ਅੱਗੇ ਤੇਜ਼ੀ ਨਾਲ ਵੱਧਦਾ ਹੈ. ਹੋਮ ਅਗੇਨ ਆਈ ਸੀ ਹਿਮ ਡਰਿੰਕਿੰਗ ਵੀਕ ਟੀ. ਫਿਰ ਉਸਦਾ ਫਾਦਰ ਜਦੋਂ ਘਰ ਆਉਂਦਾ ਕੰਮ ਤੋਂ ਤਾਂ ਕਵੀ ਉਸਨੂੰ ਚਾਹ ਪੀਂਦੇ ਹੋਏ ਦੇਖਦਾ. ਈਟਿੰਗ ਅ ਸਟੇਲ ਚਪਾਤੀ. ਇੱਕ ਬੇਹੀ ਚਪਾਤੀ ਉਹ ਖਾ ਰਿਹਾ. ਰੀਡਿੰਗ ਅ ਬੁੱਕ. ਕਿਤਾਬ ਪੜ੍ਹ ਰਿਹਾ. ਹੀ ਗੋਜ਼ ਇਨਟੂ ਦਾ ਟੋਇਲਟ ਟੂ ਕੰਟੈਂਪਲੇਟ ਪ੍ਰੈਜ਼ੈਂਟ ਫਰੋਮ ਅ ਮੈਨ ਮੇਡ ਵਰਲਡ. ਉਹ ਕਿਸ ਚੀਜ਼ ਦੇ ਉੱਪਰ ਉਸਦਾ ਧਿਆਨ ਮਗਨ ਹੁੰਦਾ, ਚਿੰਤਨ ਕਰਦਾ ਕਿ ਆਦਮੀ ਦਾ ਇਕੱਲਾਪਨ, ਅਸਟ੍ਰੈਮਨ
ਆਈਸੋਲੇਸ਼ਨ, ਇਸ ਸੰਸਾਰ ਆਦਮੀ ਦੇ ਬਣਾਏ ਹੋਏ ਸੰਸਾਰ ਦੇ ਵਿੱਚ ਇਸ ਬਾਰੇ ਸੋਚਦਾ ਹੈ। ਕਮਿੰਗ ਆਊਟ ਹੀ ਟ੍ਰੈਂਬਲਸ ਐਟ ਦ ਸਿੰਕ, ਫਿਰ ਉਹ ਸਿੰਕ ਦੇ ਉੱਤੇ ਆ ਕੇ ਕੰਬਦੇ ਹੋਏ ਹੱਥਾਂ ਨਾਲ, ਦਾ ਕੋਲਡ ਵਾਟਰ ਰਨਿੰਗ ਓਵਰ ਹਿਸ ਬਰਾਊਨ ਹੈਂਡਸ, ਆ ਫਲੂ ਡ੍ਰੌਪਲੈਟਸ ਕਲਿੰਗ ਟੂ ਦ ਗ੍ਰੀਨ ਹੇਅਰਸ ਔਨ ਹਿਸ ਰਿਸਟ, ਉਸਦੀ ਕਲਾਈ ਦੇ ਸਫੈਦ ਵਾਲਾਂ ਦੇ ਉੱਪਰ ਕੁਝ ਤੁਬਕੇ ਅਟਕ ਜਾਂਦੇ ਹਨ। ਹਿਸ ਸਲਨ ਚਿਲਡਰਨ ਹੈਵ ਆਫਨ ਰਿਫਿਊਜ਼ ਟੂ ਸ਼ੇਅਰ, ਡਿਸਪਰੂਵਿੰਗ, ਨਾ ਕਹਿਣਾ ਮੰਨਣ ਵਾਲੇ ਬੱਚੇ, ਉਹ ਅਕਸਰ ਉਸ ਦੇ ਨਾਲ ਰਿਫਿਊਜ਼ ਕਰਤਾ ਉਹਨਾਂ ਨੇ ਮੰਨਣ ਤੋਂ। ਜੋਕਸ ਸੀਕ੍ਰੇਟਸ ਵਿਦ ਹਿਮ, ਨਾ ਤਾਂ ਕੋਈ ਉਹਨੂੰ ਭੇਦ ਦੀ ਗੱਲ ਦੱਸਦੇ ਆ, ਨਾ ਹੀ ਉਸ ਦੇ ਨਾਲ ਕੋਈ ਮਜ਼ਾਕ ਸ਼ੇਅਰ ਕਰਦੇ ਆ। ਹੀ ਵਿਲ ਨੋ ਗੋ ਟੂ, ਹੁਣ ਉਹ ਸੌਣ ਦੇ ਲਈ ਚਲਾ ਜਾਏਗਾ। ਲਿਸਨਿੰਗ ਟੂ ਦ ਸਟੈਟਿਕ ਔਨ ਦ ਰੇਡੀਓ, ਰੇਡੀਓ 'ਤੇ ਹਲਚਲ ਮਚਾਉਂਦੀਆਂ ਹੋਈਆਂ ਡਿਸਟਰਬਿੰਗ ਸਾਊਂਡ ਨੂੰ ਸੁਣੇਗਾ। ਡ੍ਰੀਮਿੰਗ ਆਫ ਹਿਜ਼ ਇੰਸੈਸਟਰਸ ਐਂਡ ਗ੍ਰੈਂਡ ਚਿਲਡਰਨ, ਲਿਸ ਆਪਣੇ ਪੂਰਵਜਾਂ ਦੇ ਬਾਰੇ ਸੋਚਦਾ ਹੈ, ਐਂਡ ਗ੍ਰੈਂਡ ਚਿਲਡਰਨ ਪੋਤੇ ਪੋਤੀਆਂ ਬਾਰੇ ਸੋਚਦਾ ਹੈ। ਥਿੰਕਿੰਗ ਆਫ ਨੋਮੈਡਸ ਐਂਟਰਿੰਗ ਅ ਸਬ ਕੌਂਟੀਨੈਂਟ ਥਰੂ ਅ ਨੈਰੋ ਪਾਸ, ਅਤੇ ਇੱਕ ਤੰਗ ਰਸਤੇ ਤੋਂ ਇੱਕ ਉਪ ਮਹਾਦੀਪ ਦੇ ਵਿੱਚ ਆ ਰਹੇ ਵਣਜਾਰਿਆਂ ਦੇ ਬਾਰੇ ਸੋਚਦਾ ਹੈ। ਇਸ ਤਰ੍ਹਾਂ ਹੀ ਉਹ ਆਪਣਾ ਸਮਾਂ ਬਤੀਤ ਕਰਦਾ। ਦੇयर इज द सेकंड क्वेश्चन, दैट्स द पैसेज फॉर कॉम्प्रीहेंशन। रीड द लाइन्स गिवन बिलो एंड आंसर द क्वेश्चंस दैट फॉलो। Name of the poet, Dalip Chitre. Which line in the poem describes father's irrelevance to train? Line in the poem describe his father's irrelevance to train. Like a word dropped from a long sentence. This is the B question. Write two reasons for father's eyes being dim. Eyes are dim due to or because his age and due to humid monsoon night. Where does father go after getting off the train? After getting off the train, he across the length of the grey platform, crosses the railway lane and enters the home. This is the answer to D. For comprehension, read the lines given below and answer the questions that follow. Explain the behavior of the old man's children toward him. Sullen children, sullen meaning disobedient, disapproving children, have often refused to share jokes and secrets with him. This is answer to A question. And to the B, what does he do after being written off by his children? Written off meaning being ignored. When his children written off him or ignore him, the old man goes to sleep listening to the static on the radio. How can you say that his dreams mirrors that the old man is either thinking about his past or his future? He dreams of his ancestors and grandchildren. This tells us that he is thinking either past or his future. Draw a pen portrait of his father. D. Pen portrait meaning character sketch or with the help of the central idea. Because I will tell you this also. The poem Father Returning Home is written by Dalip Chitre. Returning Home poem ਦਲੀਪ ਚਿਤਰੇ ਨੇ ਲਿਖੀ ਹੋਈ ਹੈ। The poet portrays the sad, isolated picture of his old father. Poet ਆਪਣੇ ਪਿਤਾ ਦੀ ਇੱਕ ਇਕੱਲੇਪਨ ਦੀ ਉਦਾਸ ਤਸਵੀਰ ਇਹਦੇ 'ਚ ਪੋਰਟਰੇਟ ਕਰਦਾ ਹੈ, ਉਹ ਜਾਂ ਉਹਨੂੰ ਚਿਤਰਨ ਕਰਦਾ। He travels to work by a local train. ਮੁੰਬਈ, ਉਹ ਮੁੰਬਈ ਦੇ ਵਿੱਚ ਕੰਮ ਕਰਦਾ ਅਤੇ ਉਹ ਇੱਕ ਲੋਕਲ ਟ੍ਰੇਨ ਦੇ ਰਾਹੀਂ ਉੱਥੇ ਜਾਂਦਾ ਹੈ। Modern world is full of hurry and worry. ਅਜੋਕਾ ਸੰਸਾਰ ਤੇਜ਼ੀ ਅਤੇ ਚਿੰਤਾ ਨਾਲ ਭਰਿਆ। No one has time to take interest in the old senior citizens in society. ਕਿਸੇ ਕੋਲ ਸਮਾਂ ਨਹੀਂ ਕਿ ਉਹ ਬਜ਼ੁਰਗਾਂ ਦਾ ਧਿਆਨ ਰੱਖ ਸਕੇ। The old man doesn't feel at home in his environment. ਬਜ਼ੁਰਗ ਆਦਮੀ ਆਪਣੇ ਘਰ ਵਾਂਗ ਮਹਿਸੂਸ ਨਹੀਂ ਕਰਦਾ ਜਿੱਥੇ ਉਹ ਕੰਮ 'ਤੇ ਜਾਂਦਾ। He feels lonely everywhere. ਹਰ ਥਾਂ 'ਤੇ ਉਸਨੂੰ ਇਕੱਲਾਪਣ ਮਹਿਸੂਸ ਹੁੰਦਾ। This is due to his old age. He is isolated from his friends and even his family. ਆਪਣੇ ਪਰਿਵਾਰ ਅਤੇ ਦੋਸਤਾਂ ਨਾਲੋਂ ਵੀ ਇਕੱਲਾ ਮਹਿਸੂਸ ਕਰਦਾ। No one want to listen or share one's laughter or sorrow with him. ਕੋਈ ਵੀ ਉਸ ਦੇ ਨਾਲ ਨਾ ਹਾਸਾ ਅਤੇ ਨਾ ਹੀ ਦੁੱਖ ਸਾਂਝਾ ਕਰਨਾ ਚਾਹੁੰਦਾ। His old father finds solution in dreaming of his relatives and as nomads going to a subcontinent of dreams to spend his time cheerfully. ਬਜ਼ੁਰਗ ਆਦਮੀ ਹੈ, ਉਹ ਆਪਣਾ ਟਾਈਮ ਕਿਸ ਤਰ੍ਹਾਂ ਬਤੀਤ ਕਰਦਾ, ਕੀ ਸਲਿਊਸ਼ਨ ਉਹ ਲੱਭਦਾ ਕਿ ਜਾਂ ਤੋਂ ਆਪਣੇ ਰਿਲੇਟਿਵਸ ਬਾਰੇ ਸੋਚਦਾ, ਗ੍ਰੈਂਡ ਚਿਲਡਰਨ ਬਾਰੇ ਸੋਚਦਾ, ਅਤੇ ਜਾਂ ਫਿਰ ਜਦੋਂ ਜਿਸ ਤਰ੍ਹਾਂ ਕਿ ਨੋਮੈਡਸ ਕਿਸੇ ਸਬ ਕੌਂਟੀਨੈਂਟ ਦੇ ਵਿੱਚ ਜਾ ਰਹੇ ਹੋਣ ਆਪਣਾ ਸਮਾਂ ਖੁਸ਼ੀ ਨਾਲ ਬਤੀਤ ਕਰਨ ਦੇ ਲਈ। ਓਲਡ ਫਾਦਰ ਫਾਈਂਡ ਸਲਿਊਸ਼ਨ ਇਨ ਡਰੀਮਿੰਗ ਆਫ ਹਿਜ਼ ਰਿਲੇਟਿਵਸ his grandchildren
In short, this poem is about the of isolation in this world full of hurry and worry. The poet has successfully portrayed the picture anxiety of his father in this poem. Students, listen all these videos carefully as they are solving your work, and these videos will help you to prepare for the exam also. Best wishes.